ਸਤਨਾਮ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹਲਾ ਪੰਜਵਾਂ। ਚੌਪਦੇ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਦਰੀ ਆਵੈ ਤਿਸ ਸਿਉ ਮੋਹ, ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹ। ਨਦਰੀ ਆਵੈ ਤਿਸ ਸਿਉ ਮੋਹ, ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹ। ਕਰ ਕਿਰਪਾ ਮੋਹ ਮਾਰਗ ਪਾਵੋ, ਸਾਧ ਸੰਗਤ ਕੈ ਅੰਚਲ ਲਾਵੋ। ਕਿਉ ਤਰੀਐ ਬਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ। ਰਹਾ ਪਵਨ ਚੁਲਹਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰ ਸੇ। ਹਰਖ ਸੋਗ ਤੇ ਰਹਿ ਨਿਰਾਰਾ, ਸਿਰ ਉਪਰ ਆਪ ਗੁਰੂ ਰਖਵਾਰਾ। ਪਾਇਆ ਵੇੜ ਮਾਇਆ ਸਰਬ ਭੁਯੰਗਾ, ਹਉਮੈ ਪਚੇ ਦੀਪਕ ਦੇਹ ਪਤੰਗਾ। ਸਗਲ ਸ਼ਿੰਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ। ਹਉ ਫਿਰਉ ਉਦਾਸੀ ਮੈਂ ਇਕ ਰਤਨ ਦਸਾਇਆ, ਨਿਰਮੋਲਕ ਹੀਰਾ ਮਿਲੈ ਨਾ ਉਪਾਇਆ। ਹਰ ਕਾ ਮੰਦਰ ਤਿਸ ਮਹਿ ਲਾਲ, ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ। ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮਹਿ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਜਿਨ ਚਾਖਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮਹਿ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰ ਗੁਣ ਆਖ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਟਲਦੀ ਸ਼ਾਮ ਸਤਸੰਗਤ ਦੀਆਂ ਘੜੀਆਂ ਅਸੀਂ ਪ੍ਰਾਪਤ ਕੀਤੀਆਂ ਨੇ। ਗੁਰਬਾਣੀ ਵਿਆਖਿਆਨ ਵਿੱਚ ਰਾਗ ਬਿਲਾਵਲ ਦਾ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਪਾਵਨ ਪਦਾ ਸਾਨੂੰ ਪ੍ਰਾਪਤ ਆ। ਇਸ ਪਾਵਨ ਬਚਨ ਦੀ ਤਕਰੀਰ ਬੀਤੇ ਕੱਲ ਤੇ ਬੀਤੇ ਕੱਲ ਤੋਂ ਪਿਛਲੇ ਕੱਲ ਅਸੀਂ ਕਰ ਰਹੇ ਸੀ। ਅੱਜ ਯਤਨ ਕਰਾਂਗੇ ਬਚਨ ਦੇ ਸਮੁੱਚੇ ਹਿੱਸੇ ਨੂੰ, ਜੇ ਸਮੇਂ ਨੇ ਅਲਾਓ ਕੀਤਾ ਤਾਂ ਜ਼ਰੂਰ ਵਿਚਾਰਾਂਗੇ। ਬਚਨ ਸੀਗਾ ਕਿ ਕਿਉਂ ਤਰੀਐ ਬਿਖਿਆ ਸੰਸਾਰ। ਬੀਤੇ ਕੱਲ ਵੀ ਬੜੀ ਡਿਟੇਲਡ ਬਾਤ ਹੋਈ ਕਿ ਸੰਸਾਰ ਬਾਹਰ ਨਹੀਂ ਗਾ, ਬਾਹਰ ਤੇ ਕੁਦਰਤ ਹੈ ਸਾਰੀ। ਸੰਸਾਰ ਅਸੀਂ ਆਪਣੇ ਅੰਦਰ ਬਣਾਇਆ ਆ, ਚੰਗਾ ਵੀ ਤੇ ਬੁਰਾ ਵੀ। ਹੁਣ ਜੋ ਅੰਦਰ ਬਣਿਆ ਸੰਸਾਰ ਆ, ਉਹਦੇ ਮੁਤਾਬਕ ਅਸੀਂ ਬਾਹਰ ਦੀ ਦੁਨੀਆ ਨੂੰ ਦੇਖਦੇ ਹਾਂ, ਓਬਜ਼ਰਵ ਕਰਦੇ ਹਾਂ, ਉਹਦੇ ਨਾਲ ਡੀਲ ਕਰਦੇ ਹਾਂ। ਜੇ ਅੰਦਰ ਕੂੜ ਹੈ ਤੇ ਫਿਰ ਬਾਹਰ ਕੂੜ ਕਿਉਂ ਨਾ ਹੋਏਗਾ? ਜੇ ਅੰਦਰ ਸੱਚ ਹੈ ਤੇ ਬਾਹਰ ਸੱਚ ਕਿਉਂ ਨਹੀਂ ਹੋਏਗਾ? ਗੁਰਬਾਣੀ ਇਹ ਅਹਿਸਾਸ ਵਾਰ-ਵਾਰ ਕਰਾਉਂਦੀ। ਬੀਤੇ ਕੱਲ ਅਸੀਂ ਬਾਤ ਕਰ ਰਹੇ ਸੀਗੇ, ਇਹ ਵਿਸ ਸੰਸਾਰ ਤੁਮ ਦੇਖਦੇ। ਜਦੋਂ ਬੰਦੇ ਤੂੰ ਦੇਖਦਾ ਹੈ, ਜ਼ਹਿਰ ਸੰਸਾਰ ਦਿਸਦਾ ਹੈ। ਬਹੁਤ ਸਰਲ ਕੀਤਾ ਜਾਏ। ਗੁਰਬਾਣੀ
तो प्रैक्टिकल चीज़ कित्थों लभांगे कोई? आप देखोगे जिवें कोई भी चीज़ आ, अंगूर है, अंगूर दा फल जो अंगूर एज ए फ्रूट आ, उसनों असी पक्के हुए नूं प्रॉपर जदों वो प्रॉपर पक जाता आ, ਉਹਦਾ ਅਸੀਂ ਉਹਨੂੰ ਅਸੀਂ ਖਾਈਏ ਤੇ ਉਹਦੇ ਨਾਲ ਸਾਡੇ ਖੂਨ 'ਚ ਸਫੁਰਤੀ ਆਉਂਦੀ ਹੈ, ਕਿਉਂਕਿ ਨੈਚੁਰਲ ਬਹੁਤ ਪਿਓਰ ਗਲੂਕੋਜ਼ ਮਿਲਦਾ ਹੈ ਸਾਨੂੰ। ਇਹਦੇ ਨਾਲ ਲਿਵਰ ਬੰਦੇ ਦੇ ਨੂੰ ਜਿਹੜਾ ਹੈ ਬੂਸਟ ਮਿਲਦਾ ਹੈ, ਲਿਵਰ ਠੀਕ ਹੁੰਦਾ ਹੈ, ਲਿਵਰ ਰਿਲੇਟਡ ਪ੍ਰੋਬਲਮਸ ਇਸ਼ੂਜ਼ ਸੋਲਵ ਹੁੰਦੇ ਨੇ। ਇਹ ਤੁਸੀਂ ਨੈਚੁਰਲ ਕੇਅਰ 'ਚ ਵੀ ਦੇਖਦੇ ਹੋ, ਆਯੁਰਵੇਦਾ 'ਚ ਵੀ ਦੇਖਦੇ ਹੋ, ਸਾਰੀ ਜਗ੍ਹਾ 'ਤੇ यूनानी चिकित्सा च मिल जाता, सारे च मिल जाता। खैर हुण उस अंगूर नूं गालिया गया, गाल के डिस्टिलरी किया गया तो उहदे विच्चों फिर एक अर्क कढ़िया जिन्हों असीं आम भाषा च अल्कोहल कहने, वैसे हुंदा जिहड़ा आ वो एक एथनल कैमिकल हुंदा, जिहड़ा कैमिकल आ ਹੁਣ ਜਦੋਂ ਉਹ बॉडी च पाया जाएगा, भावें थोड़ी मात्रा च भावें ज़्यादा मात्रा दे विच, उसने सब तो पहला जिस चीज़ नूं प्रॉब्लम क्रिएट करनी है, डैमेज करना है, वो लिवर है। मतलब ये कि बंदा हुणे कुदरत दे रूप ने अंगूर नूं सावे रूप विच भी खा सकता है, जूस बना सकता है, उसनूं गाल के डिस्टिलरी करके उसनूं उस रूप दे विच भी अपने जिन्हों कह लो कि फन दे लैवल ते इंजॉयमेंट दे लैवल ते उवें भी लै सकदा। फिर होर ढंग भी है, जे सपोज करो उहदा अर्क कढ़ लिया, उहनूं डिस्टिलरी कर रहा तो उहदे विचों जिहड़ा तत्त निकलिया, जिवें तुसीं यूरोप नूं देखोगे, यूरोप दे विच धार्मिक स्थानां ते भी जिहड़ा अल्कोहल आ इनू चमचे च पा के प्रसाद की तरह दिता जाता। अल्कोहल उन्हां दे ऑलमोस्ट 90% फूड का हिस्सा आ, 90%। चीज़ां बहुत सारिया डिशेस अल्कोहल पाने तो बिना बनदियां नहीं गईयां, जरूर पाया जाता। हुण दा वड्डा कारण की सीगा? वड्डा कारण उन्हां दा जिहड़ा जोग्राफिकल लाइफ जिहड़ा जिथे वो रह रहे सी, जोग्राफिकल एरियाज़ दे विच उन्हां दी जीवन चर्या दे विच सीगा। वैट सोयल है, सारी स्नो पैंदी, बरसात बहुत होंदी, ठंड रहिंदी मोस्टली यूरोप दे विच वड्डा हिस्सा। तो ये तो कल दियां गल्लां ने कि जिहड़ा आ पानी फिल्टर हो रहा आ, म्यूनसिपलिटी वाटर सप्लाई कर रही है, टेस्ट हो रहे, सब चीज़ां हो रही। अजे तो साडे इत्थे ओरिजिनल कम्यूनिटी का अजे तक हाल देखो, उन्हां कोल वाटर जिहड़ा हैगा सेफ वाटर नहीं गा पीण वास्ते। उस समय दे विच जदों खूहां तो पानी लोकी पींदे सीगे तो उस खिते दे विच जिथे घोड़े भी सी, गावां भी सी, सूर भी सी, सब जानवर भी हुंदे सी, उन्हां दा मनूर भी हुंदा सीगा। हुण सारे का सारा उन्हां खूहां च जांदा सीगा, उत्थों फिर पानी वापस आउंदा सीगा, उह च बैक्टीरिया सीगा। ते ना उस वक्त उस टाइप की एलोपैथी सीगी, ना उस टाइप की हॉस्पिटल फैसिलिटी सी, कुछ भी नहीं सीगा। हैजा हो गया, बंदे नूं 2 तो 3 उल्टियां आ गईयां तो बंदा डान्या, बच्चे तो खास करके, मतलब ਉਹਦੀ ਤੇ ਰਾਈਟ ਵੇ ਜਿਹੜੀ ਹੈ ਡੈਥ ਹੋ ਜਾਏਗੀ, ਕਿਉਂਕਿ ਪਾਣੀ ਦੀ ਕਮੀ ਹੋ ਗਈ, ਜਿਵੇਂ ਡੀਹਾਈਡਰੇਸ਼ਨ ਹੋਇਆ ਤੇ ਦੈਨ ਐਕਚੁਅਲੀ ਦੈਟ ਬੋਡੀ ਇਜ਼ ਨੋ ਮੋਰ। ਉਸ ਰੂਪ ਵਿੱਚ ਬਾਤ ਹੁੰਦੀ ਉਹਨਾਂ ਦੇ ਵਾਸਤੇ ਫਿਰ ਜਿਹੜੀ ਚੀਜ਼ ਬਚਾਅ ਦਾ ਸਾਧਨ ਬਣੀ ਉਹ ਬਣਿਆ ਇਹ ਐਥਨਲ ਕੈਮੀਕਲ, ਕਿਉਂਕਿ ਇਹ ਬੈਕਟੀਰੀਆ ਕਿਲ ਕਰਦਾ ਸੀਗਾ। ਇਹਦੇ ਨਾਲ ਉਹਨਾਂ ਨੇ ਜਿਹੜਾ ਮੀਟ ਬਣਾਉਣਾ, ਮਾਸ ਬਣਾਉਣਾ, ਉਹਨੂੰ ਵੀ ਧੋ ਲੈਣਾ, ਉਹਦਾ ਬੈਕਟੀਰੀਆ ਕਿਲ ਹੋ ਜਾਣਾ, फूड च पा लेना पानी की थां दे उत्ते, पानी की थां ते इहदा इनटेक करना, तेनू कहना ये ते प्रसाद असल दे है एक ही सीगा, क्योंकि बैक्टीरिया ये जिहड़ा सीगा किल करदा सीगा। सो उस रूप दे विच कल्चरल साइड तो वो इंट्रोड्यूस हो गई चीज़, उन्होंने उस लैवल ते एक्सैप्ट कर लिया। हौली हौली उसनू इंडस्ट्रियलाइजेशन के अंडर जो लिया लिया तो गया सीगा। जे असी देखिए जिहड़े पहले सलेव एशिया दे मोस्टली एशिया तो लियाते गए अफ्रीका दे विच या फिजी साइड दे विच, वो सारे दे सारे शुगर केन की खेती वास्ते लियाते सी, गन्ने की, क्योंकि शुगर बंदे की बहुत वड्डी लोड़ सी। मिठा
ਤੇ ਆਉਂਦਾ ਸੀਗਾ ਜਦੋਂ ਕੋਈ ਮਹਿਮਾਨ ਆਉਂਦੇ ਸੀ ਘਰ ਦੇ ਵਿੱਚ, ਆਮ ਮਿੱਠਾ ਮੁਯੱਸਰ ਨਹੀਂ ਸੀ ਹੁੰਦਾ। ਤੇ ਫਿਰ ਉਹ ਹੁੰਦਾ ਇਹ ਜਦੋਂ ਇੰਡਸਟਰੀਲਾਈਜੇਸ਼ਨ ਹੋਈ, ਇੰਡਸਟਰੀਅਲ ਰੈਵੋਲੂਸ਼ਨ ਆ ਗਿਆ, ਤੇ ਹੁਣ ਸ਼ੂਗਰ ਦੀਆਂ ਮਿੱਲਾਂ ਲੱਗ ਗਈਆਂ ਵੱਡੀਆਂ ਵੱਡੀਆਂ, ਵੱਡੀ ਇਨਵੈਸਟਮੈਂਟ ਆ ਗਈ, ਯੂਰਪੀਅਨਸ ਨੇ ਕੀਤੀ, ਖਾਸ ਕਰਕੇ ਫਰੈਂਚ ਤੇ ਬ੍ਰਿਟਿਸ਼ ਜਿਹੜੇ ਕਲੋਨੀਅਲ ਸਿਸਟਮ ਦੇ ਵਿੱਚ ਇਹਨਾਂ ਦੇ ਅਲੀਟ ਸੀਗਾ ਉਹ ਕਰ ਰਿਹਾ ਸੀਗਾ। ਹੁਣ ਅਗਲੀ ਸਮੱਸਿਆ ਬਣ ਗਈ, ਖੰਡ ਤੇ ਨਿਕਲ ਗਈ ਠੀਕ ਹੈ, ਪਰ ਹੋਰ ਜ਼ਿਆਦਾ ਬੈਨੀਫਿਟ ਲਿਆ ਜਾਏ। ਹੋਰ ਬੈਨੀਫਿਟ ਕਿਵੇਂ ਲਵਾਂਗੇ? ਜਿਹੜਾ ਉਹਦੇ 'ਚ ਕੁਝ ਮਟੀਰੀਅਲ ਬਚ ਗਿਆ, ਜਿਵੇਂ ਸੀਰਾ ਆ, ਉਹਦਾ ਕੀ ਕੀਤਾ ਜਾਏ? ਫਿਰ ਨਾਲ ਫੈਕਟਰੀਆਂ ਸ਼ਰਾਬ ਦੀਆਂ ਲੱਗ ਗਈਆਂ, ਸ਼ਰਾਬ ਦੀਆਂ ਲੱਗ ਗਈਆਂ, ਤੇ ਬਕਾਇਦਾ ਤੌਰ 'ਤੇ ਰੈਗੂਲੇਟਰੀ ਬੋਰਡ ਬਣਾ ਦਿੱਤੇ ਗਏ। ਉਹਨਾਂ ਬੋਰਡਸ ਦੇ ਅੰਡਰ ਕੀਤਾ ਕੀ ਗਿਆ, ਸ਼ਾਪਾਂ ਖੋਲ੍ਹ ਦਿੱਤੀਆਂ ਗਈਆਂ, ਲਾਇਸੈਂਸ ਦਿੱਤੇ ਗਏ, ਗੌਰਮੈਂਟ ਰੈਵਨਿਊ ਜਨਰੇਟ ਹੋਣਾ ਸ਼ੁਰੂ ਹੋ ਗਿਆ। ਫਿਰ ਇਕੱਲਾ ਇਹ ਨਹੀਂ ਹੋਇਆ, ਬਲਕਿ ਪਾਬੰਦੀ ਲਾ ਦਿੱਤੀ ਵੀ ਤੁਸੀਂ ਆਪਣਾ ਕੋਈ ਅਲਕੋਹਲ ਦਾ ਕੈਮੀਕਲ ਕੱਢ ਕੇ ਨਹੀਂ ਪੀ ਸਕਦੇ। ਫਿਰ ਇਸ ਨੂੰ ਹੌਲੀ ਹੌਲੀ ਇੰਗਲੈਂਡ ਤੋਂ ਬਾਹਰ ਹੋਰ ਜਗ੍ਹਾ 'ਤੇ ਲਾਗੂ ਕਰ ਦਿੱਤਾ ਗਿਆ, ਉਹ ਸਾਰੇ ਰੂਪ ਦੇ ਵਿੱਚ। ਤੇ ਆਪ ਅਹਿਸਾਸ ਕਰੋਗੇ, ਜਿਹੜੀ ਜੇ ਆਪਾਂ ਅਲਕੋਹਲ ਅਨੋਨੀਮਸ ਦੀ ਹਿਸਟਰੀ 'ਚ ਜਾਂਦੇ ਹਾਂ, ਜਿਹੜਾ ਇੱਥੇ ਵੱਡੇ ਲੈਵਲ 'ਤੇ ਚਰਚ ਬੇਸਡ ਗਰੁੱਪ ਐਡਿਕਸ਼ਨ 'ਚ ਹੈਲਪ ਕਰਦਾ ਹੈ, ਤੇ ਉਹ ਬਿਆਨ ਇਹੀ ਕਰਦੇ ਕਿ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਦੇ ਨਾਲ ਇਹ ਫੈਕਟਰੀਆਂ ਲੱਗ ਗਈਆਂ ਸ਼ਰਾਬ ਦੀਆਂ ਥਾਂ ਥਾਂ 'ਤੇ, ਤੇ ਸ਼ਰਾਬ ਬੇਤਹਾਸ਼ਾ ਮੁਯੱਸਰ ਹੋ ਗਈ, ਲੋਕ ਤੇ ਪੀ ਪੀ ਕੇ ਮਰ ਚੱਲੇ, ਪਾਗਲ ਹੋ ਚੱਲੇ। ਸੋ ਇਹ ਸਾਰੀ ਕੰਡੀਸ਼ਨ ਨੂੰ ਜੇ ਆਪਾਂ ਦੇਖੀਏ ਤੇ ਹਕੀਕਤ ਕੀ ਹੈ? ਅਲਕੋਹਲ ਮਾੜੀ ਹੈ ਜਾਂ ਐਥਨਲ ਕੈਮੀਕਲ ਮਾੜਾ ਆ? ਬੜੇ ਕਮਾਲ ਦਾ, ਬੈਕਟੀਰੀਆ ਕਿਲ ਕਰਦਾ ਆ। ਜਿੱਥੇ ਲੋੜੀਂਦਾ ਆ ਜ਼ਖਮ ਨੂੰ ਸਾਫ਼ ਕਰਨ ਵਾਸਤੇ, ਕਿਸੇ ਚੀਜ਼ ਨੂੰ ਜਿਹੜਾ ਹੈਗਾ ਦਵਾਈ ਦੇ ਤੌਰ 'ਤੇ, ਮੈਡੀਸਨ ਤੌਰ 'ਤੇ, ਜੇ ਅੱਜ ਆਪਾਂ ਦੇਖੀਏ ਕੋਵਿਡ-19 ਦੇ ਵਿੱਚ ਜਿੰਨਾ ਸੈਨੀਟਾਈਜ਼ ਯੂਜ਼ ਕੀਤਾ ਗਿਆ, ਇਹ ਸਾਰੇ ਦਾ ਸਾਰਾ ਉੱਥੋਂ ਆ ਰਿਹਾ ਸੀਗਾ। ਇਹ ਨਾ ਹੁੰਦਾ ਤੇ ਡੈਫੀਨੇਟਲੀ ਕਿੰਨਾ ਹੋਰ ਬੈਕਟੀਰੀਆ ਫੈਲਣਾ ਸੀਗਾ। ਸਹੀ ਰੂਪ ਦੇ 'ਚ ਇਸਤੇਮਾਲ ਕਰੋ। ਦੁਨੀਆ ਨਾ ਕੂੜ ਨਾ ਸੱਚ, ਇਹ ਸਾਡੇ ਅੰਦਰ ਦੀ ਜਿਹੜੀ ਸਾਡੀ ਅਪਰੋਚ ਆ ਉਹਦੇ ਅਕੋਰਡਿੰਗਲੀ ਹੈ। ਜੇ ਸਾਡੀ ਅਪਰੋਚ ਦੇ ਵਿੱਚ ਹੀ ਸੱਚਾਈ ਹੈ, ਮਤ ਆ, ਸੋਝੀ ਹੈ, ਇਹ ਸੰਸਾਰ ਬੜਾ ਪਿਆਰਾ ਹੈ। ਬੇਬਿਕ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਪਰ ਤੈਨੂੰ ਨਜ਼ਰ ਆਵੇ ਜੇ ਤੂੰ ਹਰੀ ਦੇ ਨੇੜੇ ਹੋਏ। ਹਰੀ ਦਾ ਮਤਲਬ ਹੈ ਐਥਿਕਸ, ਹਰੀ ਦਾ ਮਤਲਬ ਹੈ ਅਕਲ, ਵਿਜ਼ਡਮ, ਹਰੀ ਦਾ ਮਤਲਬ ਹੈ ਜੀਵਨ ਦੀਆਂ ਉਚੇਰੀਆਂ ਕਦਰਾਂ ਕੀਮਤਾਂ ਦੇ ਭੈ ਭਾਵ ਵਿੱਚ ਰਹਿਣਾ। ਗੁਰੂ ਬਾਬਾ ਜੀ ਨੇ ਜਦੋਂ ਬਾਤ ਕੀਤੀ ਨਾ, ਕਿਉਂ ਤਰੀਆ ਵਿਖਿਆ ਸੰਸਾਰ, ਜਿਹੜਾ ਵਿਖਿਆ ਸੰਸਾਰ ਅਸੀਂ ਆਪਣਾ ਬਣਾ ਲਿਆ, ਤੁਸੀਂ ਕਿਵੇਂ ਪਾਰ ਉਤਾਰਾ ਕਰ ਸਕਦੇ, ਕਿਵੇਂ ਅਸੀਂ ਬਚ ਸਕਦੇ ਹਾਂ? ਸਤਿਗੁਰ ਬੋਹਿਤ ਪਾਵੈ ਪਾਰ, ਸਤਿਗੁਰੂ ਇਹਦੇ 'ਚ ਫਿਰ ਬੋਹਿਤ ਬਣਦਾ, ਉਹ ਫਿਰ ਸਾਡਾ ਪਾਰ ਉਤਾਰਾ ਕਰਦਾ। ਅੱਜ ਭਗਤ ਫਰੀਦ ਜੀ ਦਾ ਜਨਮ ਦਿਹਾੜਾ ਵੀ ਨਾਨਕ ਪ੍ਰਸਤਰਾਂ ਜਿੱਥੇ ਜਿੱਥੇ ਬੈਠੇ ਨੇ ਉਹ ਮਨਾ ਰਹੇ ਨੇ। ਜੇ ਆਪਾਂ ਦੇਖੀਏ ਪੰਜਾਬ ਦੀ ਫਿਜ਼ਾਨ ਦੇ ਵਿੱਚ ਸਤਿਗੁਰ ਬੋਹਿਤ ਪਾਵੈ ਪਾਰ, ਸਤਿਗੁਰੂ ਸਾਡੇ ਵਾਸਤੇ ਸ਼ਬਦ ਗੁਰੂ ਹੈ। ਤੇ ਸ਼ਬਦ ਗੁਰੂ ਦਾ ਤਸੱਵੁਰ ਜੇ ਆਪਾਂ ਦੇਖੀਏ ਤੇ ਕਿਸ ਸਮੇਂ ਵਿੱਚ ਆਉਂਦਾ ਆ? ਭਗਤ ਫਰੀਦ ਜੀ ਦੀ ਬਾਬਤ ਕਿਰਪਾਲ ਸਿੰਘ ਚੰਡੀਗੜ੍ਹ ਵਾਲਿਆਂ ਨੇ ਇੱਕ ਪੋਰਟਰੇਟ ਬਣਾਇਆ ਬੜੇ ਕਮਾਲ ਦਾ। ਉਹ ਬਣਾਇਆ ਇਹ ਸੀਗਾ ਕਿ ਆਪਨੇ ਦੇਖਿਆ ਹੋਏਗਾ ਬਾਬਾ ਫਰੀਦ ਜੀ ਬਹੁਤ ਬਜ਼ੁਰਗ ਸਰੀਰ ਬਣਾਇਆ, ਤੇ ਉਸ ਬਜ਼ੁਰਗ ਸਰੀਰ ਦੇ ਨਾਲ ਇੱਕ ਪਾਸੇ ਸੁੱਕਾ ਜਿਹਾ ਦਰਖਤ ਹੈ, ਉਹਦੇ ਉੱਤੇ ਕਾਂ ਬੈਠਾ ਆ, ਤੇ ਉਹ ਇਸ ਤਰੀਕੇ ਨਾਲ ਅੱਖਾਂ ਨੂੰ ਐਵੇਂ ਕਰ ਰਹੇ ਨੇ। ਉਸ ਸਾਰੀ ਪਿਕਚਰ ਨੂੰ ਧਿਆਨ ਨਾਲ ਦੇਖੋ, ਉਹਦੇ 'ਚ ਇੱਕ ਮੈਸੇਜ ਆ। ਮੈਸੇਜ ਕੀ ਹੈ? ਉਹਨਾਂ ਦੀ ਇੱਕ ਹੱਥ ਦੇ ਨਾਲ ਇਸ ਤਰੀਕੇ ਨਾਲ ਦੋਨੋਂ ਅੱਖਾਂ ਐਵੇਂ ਕੀਤੀਆਂ ਨੇ, ਉਹਨਾਂ ਦੀ ਦੂਜੀ ਹੱਥ ਦੇ ਥੱਲੇ ਇਸ ਤਰੀਕੇ ਨਾਲ ਪੋਥੀ ਪਈ ਹੈ। ਧਿਆਨ ਨਾਲ ਦੇਖਿਆ ਜਾਏ, ਇਹ ਸ਼ਬਦ ਹੈ। 11ਵੀਂ ਸਦੀ ਦੇ ਵਿੱਚ ਜਿਸ ਹਸਤੀ ਨੇ ਇਹ ਕਿਹਾ, ਪੋਥੀ ਦੀ ਲੋੜ ਹੈ, ਸ਼ਬਦ ਦੀ ਲੋੜ ਹੈ, ਸ਼ਬਦ ਤੋਂ ਬਿਨਾਂ ਪਾਰ ਨਹੀਂ ਹੋਇਆ ਜਾ ਸਕਦਾ। ਇਹ ਐਕਚੁਅਲ ਇਹ ਮੈਸੇਜ ਆ, ਇਹ ਬੋਹਿਤ ਹੈ। ਜੇ ਆਪਾਂ ਤੇ ਫਿਰ ਇੱਕ ਹੋਰ ਵੀ ਗੱਲ ਹੈ, ਅਕਲ ਦਾ ਮਤਲਬ ਇਸ ਖਿੱਤੇ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਚਲਾਕੀ ਮੰਨਿਆ ਗਿਆ। ਜਿੰਨਾ ਬੰਦਾ ਵੱਧ ਚਲਾਕ, ਅਸੀਂ ਕਿਹਾ ਇਹ ਅਕਲ ਵਾਲਾ ਹੈ। ਇਹ ਭਗਤ ਫਰੀਦ ਜੀ ਨੇ ਕਿਹਾ, ਕਹਿੰਦੇ ਨਾ ਫਰੀਦਾ, ਜੇ ਤੂੰ ਅਕਲ ਲਤੀਫ, ਜੇ ਤੇਰੀ ਬੜੀ ਬਰੀਕ ਬੁੱਧੀ ਹੈ, ਤੈਨੂੰ ਲੱਗਦਾ ਵੀ ਤੇਰੇ ਤੋਂ ਸਿਆਣਾ ਕੋਈ ਨਹੀਂਗਾ, ਫਿਰ ਤੇਰੇ ਕੋਲੋਂ ਅਸੀਂ ਇਸ ਕਿਸਮ ਦੀ ਐਕਸਪੈਕਟੇਸ਼ਨਸ ਕਰਦੇ ਹਾਂ, ਆਹ ਬਿਹੇਵੀਅਰ ਤੈਨੂੰ ਚਾਹੀਦਾ ਅਡਾਪਟ ਕਰਨਾ। ਕੀ ਬਾਬਾ ਫਰੀਦ ਜੀ? ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ।
ਆਪ ਨੇੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਅਸਲ ਸਿਆਣਾ ਉਹ ਆ ਜਿਹੜਾ ਆਪਣੇ ਅੰਦਰ ਝਾਤ ਮਾਰਦਾ ਆ। ਅਸੀਂ ਬਾਹਰ ਨੁਕਸ ਕੱਢੀ ਜਾਂਦੇ ਹਾਂ, ਆਹ ਮਾੜਾ, ਆਹ ਮਾੜਾ, ਆਹ ਮਾੜਾ। ਕੁਝ ਵੀ ਤੇ ਮਾੜਾ ਨਹੀਂ ਗਾ। ਮਾੜਾਪਨ ਤੇ ਮੇਰੀ ਜ਼ਹਿਨੀਅਤ 'ਚ ਪਿਆ, ਮੇਰੀ ਸੋਚ 'ਚ ਪਿਆ। ਜੇ ਉੱਥੋਂ ਹੀ ਨਹੀਂ ਨਿਕਲੇਗਾ, ਬਾਹਰ ਅੱਛਾ ਵੀ ਹੋਏ ਉਹਨੂੰ ਵੀ ਮੈਂ ਬੁਰਾ ਬਣਾ ਦਿਆਂਗਾ। ਅਬ ਦੇਖੋਗੇ ਨਾ, ਮਤਲਬ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਧਾਰਮਿਕ ਅਸਥਾਨ ਤੇ, ਤੀਰਥ ਅਸਥਾਨ ਤੇ ਬੰਦਾ ਤੁਰਿਆ ਤੇ ਮਨ ਵਿੱਚ ਖੋਟ ਹੈ, ਤਨ 'ਚ ਚੋਰ ਹੈ। ਹੋਇਆ ਕੀ? ਹੋਇਆ ਇਹ ਕਿ ਉਹੀ ਚੋਰ, ਉਹੀ ਖੋਟ ਧਾਰਮਿਕ ਅਸਥਾਨ ਤੇ ਜਾ ਕੇ ਫੈਲਾਤਾ। ਧਰਮ ਦੀ ਆਭਾ ਵੀ ਜਿਹੜੀ ਹੈ ਉਸ ਨੂੰ ਵੀ ਗੰਧਲਾ ਕਰ ਦਿੱਤਾ, ਉਸ ਨੂੰ ਵੀ ਲੋਅਰ ਲੈਵਲ ਤੇ ਲੈ ਆਂਦਾ। ਇਸ ਕਿਸਮ ਦੀ ਸੋਚ ਨੂੰ ਬੰਦਾ ਜੇ ਸਮਝੇਗਾ ਸ਼ਬਦ ਦੇ ਜ਼ਰੀਏ, ਵਿਚਾਰਾਂ ਖਿਆਲਾਂ ਦੇ ਜ਼ਰੀਏ, ਤਾਂ ਸੁਧਾਰ ਹੋਏਗਾ। ਇਹ ਬਾਬਾ ਫਰੀਦ ਸੀਗੇ ਜਿਨ੍ਹਾਂ ਨੇ ਇਹ ਕਿਹਾ, ਧਰਤੀ ਤੇ ਜੇ ਕਿਸੇ ਨੇ ਮੁਰਸ਼ਦ ਕਾਮਲ ਨੂੰ ਪੂਜਣਾ ਆ, ਕਿਉਂਕਿ ਸ਼ਰਈ ਫਿਤਰਤ 'ਚ ਰਹਿਣ ਵਾਲੇ ਲੋਕ ਪੈਗੰਬਰ ਪ੍ਰਸਤਗੀ ਤੇ ਬਹੁਤ ਜ਼ੋਰ ਦਿੰਦੇ। ਬਾਬਾ ਫਰੀਦ ਇਹ ਕੰਮ ਨਹੀਂ ਕਰਦੇ। ਤੁਸੀਂ ਪੂਰੀ ਰਚਨਾ ਪੜ੍ਹੋ ਉਹਨਾਂ ਦੀ। ਪੂਰੀ ਰਚਨਾ 'ਚ ਤੁਹਾਨੂੰ ਮੁਹੰਮਦੀ ਦਾ ਮੈਸੇਜ ਇੱਕ ਨਹੀਂ ਆਏਗਾ। ਜਿਹੜਾ ਮੁਹੰਮਡਨ ਕੌਨਸੈਪਟ ਹੈ ਉਹ ਨਹੀਂ ਦਿਸੇਗਾ ਤੁਹਾਨੂੰ। ਤੁਹਾਨੂੰ ਇਬਾਦਤ ਦਾ ਸੰਕਲਪ ਦਿਸੇਗਾ, ਤੁਹਾਨੂੰ ਬੰਦਗੀ ਦਾ ਸੰਕਲਪ ਦਿਸੇਗਾ, ਤੁਹਾਨੂੰ ਮਨੁੱਖ ਦੀ ਜਿਹੜੀ ਅੰਤਰਿਮ ਉਸਾਰੀ ਹੈ ਉਹਦੇ ਤੇ ਜ਼ੋਰ ਦਿੱਤਾ ਜਾਏਗਾ। ਉਹ 'ਚ ਬਾਬਾ ਫਰੀਦ ਜੀ ਤੁਸੀਂ ਬਚਨਾਂ ਨੂੰ ਪੜ੍ਹੋ ਤੇ ਬਾਬਾ ਫਰੀਦ ਜੀ ਬਿਆਨ ਕਰਦੇ ਕਿ ਬੰਦੇ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਤਨੀ। ਸ਼ਰਈ ਇਸਲਾਮਿਕ ਦੁਨੀਆ ਵਾਲੇ ਲੋਕਾਂ ਦੇ ਨਾਲ ਇਹ ਚੀਜ਼ ਫਿੱਟ ਹੀ ਨਹੀਂ ਬੈਠਦੀ, ਕਿਉਂਕਿ ਜਿਸ ਬੰਦੇ ਦੀ ਸੋਚ ਦੇ ਵਿੱਚ ਧਰਮ ਦਾ ਬਹੁਤ ਜ਼ਿਆਦਾ ਉਸ ਕੌਨਸੈਪਟ ਜਿਹੜਾ ਹੈਗਾ ਸ਼ਰਾ ਵਾਲਾ ਆ ਗਿਆ, ਤੇ ਉਹਦੇ ਲਈ ਦੋ ਕੈਟੇਗਰੀਜ਼ ਤੇ ਪੱਕੀਆਂ ਨੇ। ਇੱਕ ਉਹਦੇ ਆਪਣੇ ਧਰਮ ਵਾਲੇ ਲੋਕ, ਦੂਸਰੇ ਕਾਫਰ। ਹੁਣ ਜਿੱਥੇ ਇਹ ਕੌਨਸੈਪਟ ਆ ਗਿਆ ਉੱਥੇ ਤੇ ਨਜ਼ਰ ਦਵੱਲੀ ਹੋ ਗਈ। ਬਾਬਾ ਫਰੀਦ ਜੀ ਕਹਿੰਦੇ ਇੱਕ ਫਿੱਕਾ ਨਾ ਗੱਲ ਆਏ, ਕਿਸੇ ਨੂੰ ਇੱਕ ਵੀ ਫਿੱਕੀ ਗੱਲ ਨਾ ਕਹੀ। ਸਭਨਾ ਮੈਂ ਸੱਚਾ ਧਣੀ। ਧਨੀ ਉਹ ਪਰੀ ਪਰਮੇਸ਼ਵਰੀ ਸਤਾ ਅਕਾਲ ਪੁਰਖ ਵਾਹਿਗੁਰੂ, ਉਹ ਤੇ ਸਭ ਵਿੱਚ ਹੈ, ਸੱਚਾ ਆ, ਨਾਲੇ ਸਭ ਥਾਂ ਤੇ ਹੈ। ਫਿਰ ਬੁਰਾ ਕਿਹਨੂੰ ਕਹੇਗਾ? ਹੁਣ ਆਹ ਸੰਕਲਪ ਜਿਹੜਾ ਇਹ ਦੱਸਦਾ ਆ ਕਿ ਇਸ ਵਿਚਾਰ, ਇਸ ਖਿਆਲ ਵਿੱਚ ਜਦੋਂ ਤੇਰੀ ਸੋਚ ਜਾ ਕੇ ਮਰਜ ਹੋਏਗੀ ਤਾਂ ਤੇਰਾ ਉਹ ਕੂੜ ਦਾ ਸੰਸਾਰ ਟੁੱਟੇਗਾ। ਨਹੀਂ ਤੇ ਤੂੰ ਕੂੜ ਦੀ ਦੁਨੀਆ 'ਚ ਰਹੇਗਾ। ਬੰਦਾ ਨੂੰ ਆਪਣਾ ਆਪਾ ਦਿਸਦਾ ਨਹੀਂਗਾ, ਦੂਜੇ ਸਾਰੇ ਨੁਕਸ ਵਾਲੇ ਲੱਗਦੇ ਨੇ, ਤੇ ਅਖੀਰ ਇਹ ਹੈ ਹਉਮੈ 'ਚ ਇਜ਼ਾਫਾ ਹੋਈ ਜਾਂਦਾ ਤੇ ਹੰਕਾਰ ਦਾ ਮਾਰਿਆ ਹੋਇਆ ਬੰਦਾ ਇਸ ਸੰਸਾਰ ਤੋਂ, ਤਿਰਸਕਾਰ ਤੋਂ ਬਿਨਾਂ ਕੁਛ ਵੀ ਪ੍ਰਾਪਤ ਨਾ ਕਰਦਾ। ਉਸਨੂੰ ਪੈਰ ਪੈਰ 'ਤੇ ਤਿਰਸਕਾਰ ਹੁੰਦਾ, ਪੈਰ ਪੈਰ 'ਤੇ ਉਹਦਾ ਜਿਹੜਾ ਆ ਮਨ ਦੇ ਵਿੱਚ ਦੁੱਖ, ਵੇਦਨ, ਪੀੜਾ, ਇਹਦਾ ਸਫਰਿੰਗ ਜਿਹਨੂੰ ਕਹਿੰਦੇ, ਦੈਟ ਇਜ਼ ਸਫਰਿੰਗ। ਗੁਰੂ ਅਰਜਨ ਸਾਹਿਬ ਨੇ ਬਿਆਨ ਕੀਤਾ, ਸਤਿਗੁਰੂ ਬੋਹਿਤ ਪਾਵੈ ਪਾਰ। ਉਹ ਸਤਿਗੁਰੂ ਬੋਹਿਤ ਨੂੰ ਪਕੜ। ਸਤਿਗੁਰੂ ਬੋਹਿਤ ਤੇ ਸ਼ਬਦ ਹੈ, ਉਹ ਸਿੱਖਿਆ, ਉਹ ਖਿਆਲ, ਉਹ ਬਚਨ ਜਿਹੜੇ ਇਸ ਸੰਸਾਰ ਨੂੰ ਬਦਲਣ ਵਿੱਚ ਮਦਦ ਕਰਦੇ, ਤੇਰੇ ਅੰਦਰ ਦੇ ਸੰਸਾਰ ਨੂੰ। ਹੁਣ ਅਗਲੇ ਬਚਨ ਤੇ ਆ ਜਾਈਏ। ਇੱਥੇ ਆ ਪਵਨ ਝੁਲਾਰੇ ਮਾਇਆ ਦੇ। ਜਦੋਂ ਹਵਾ ਚੱਲਦੀ, ਲਿਟਰੇਚਰ 'ਚ ਬਹੁਤ ਕਮਾਲ ਦੀਆਂ ਮਿਸਾਲਾਂ ਮਿਲਦੀਆਂ ਨੇ। ਲਿਟਰੇਚਰ ਦੀ ਇੱਕ ਚੀਜ਼ ਨੂੰ ਚਿੱਤੇ ਰੱਖਿਆ, ਜਿਹੜੀ ਮਿਸਾਲ ਜਿਸ ਕੌਨਟੈਕਸਟ ਵਿੱਚ ਦਿੱਤੀ ਜਾਂਦੀ, ਵੀ ਹੈਵ ਟੂ ਫੋਲੋ ਦੈਟ ਕੌਨਟੈਕਸਟ ਅਕੋਰਡਿੰਗਲੀ। ਅਦਰਵਾਈਜ਼ ਬੰਦਾ ਜਿਹੜਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤਾ ਸੀ ਨਾ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਅਕਲ, ਸਿਆਣਪ ਉਹੀ ਕੰਮ ਕਰਦੀ ਜਿਹੜੀ ਸਾਡਾ ਭਲਾ ਕਰਨ ਵਿੱਚ ਮਦਦ ਕਰੇ। ਸਾਡਾ ਜਿਹੜੀ ਸਾਡੀ ਅਕਲ ਸਾਡੀ ਬੁਰਾਈ ਵਾਸਤੇ ਕੰਮ ਕਰਨ ਲੱਗ ਜੇ, ਸਾਨੂੰ ਫਸਾਉਣ ਲਈ, ਸਾਨੂੰ ਕਿਸੇ ਗਲਤ ਜਗ੍ਹਾ 'ਤੇ ਲੈ ਜਾਏ, ਉਸ ਅਕਲ ਦਾ ਵੀ ਕੀ ਕਰਾਂਗੇ? ਮੈਨੂੰ ਯਾਦ ਆ, ਮੈਂ CSC ਦੇ ਵਿੱਚ ਇੱਕ ਲੜਕੇ ਨੂੰ ਮਿਲਿਆ, ਆਪਣਾ ਸੀ, ਸਾਊਥ ਏਸ਼ੀਅਨ ਕਮਿਊਨਿਟੀ 'ਚੋਂ ਹੀ, ਅਤੇ ਯੰਗ ਲੜਕਾ। ਅਤੇ ਬਾਈ ਚਾਂਸ ਹੋਇਆ ਇਹ ਕਿ ਸਾਨੂੰ ਕੁਝ ਇਸ਼ੂ ਆ ਰਿਹਾ ਸੀਗਾ ਪ੍ਰੋਜੈਕਟਰ ਦੇ ਵਿੱਚ, ਅਤੇ ਉਸਨੇ ਉਸ ਪ੍ਰੋਜੈਕਟਰ ਨੂੰ, ਹਾਲਾਂਕਿ ਉੱਥੇ CSC ਦਾ ਆਪ ਸਰਟੀਫਾਈਡ ਮਕੈਨਿਕ, ਇਲੈਕਟ੍ਰੀਸ਼ੀਅਨ ਮੌਜੂਦ ਸੀਗਾ, ਉਹਨਾਂ ਤੋਂ ਉਹ ਸੈੱਟ ਨਹੀਂ ਹੋਇਆ। ਅਤੇ ਉਸਨੇ, ਮੇਰਾ ਨਹੀਂ ਖਿਆਲ, 3 ਜਾਂ 4 ਮਿੰਟ ਤੋਂ ਵੱਧ ਟਾਈਮ ਲਾਇਆ ਹੋਣਾ। ਉਹਨੇ ਬਿਲਕੁਲ ਫਟਾਫਟ ਜਿਹੜਾ ਹੈਗਾ ਉਹ ਸੈੱਟ ਕਰਤਾ।
ਤੇ ਸਾਰੇ ਹੈਰਾਨ, ਮੈਂ ਵੀ ਬੜਾ ਹੈਰਾਨ ਹੋਇਆ। ਤੇ ਉਹਨੇ ਕਹਿੰਦਾ ਮਸਲਾ ਉਹਦੇ 'ਚ ਨਹੀਂ, ਮਸਲਾ ਜਿਹੜਾ ਇਹਦੇ ਨਾਲ ਤੁਸੀਂ ਆ ਡਿਵਾਈਸ ਲਗਾਇਆ ਹੈਗਾ, ਗੈਜਟ ਲਗਾਇਆ ਜਿਹੜਾ ਇਹਦੇ ਨਾਲ, ਇਹਦੇ ਅੰਦਰ ਐਕਚੁਅਲੀ ਇਹਦੀ ਸੌਫਟਵੇਅਰ ਦੀ ਪ੍ਰੋਬਲਮ ਸੀ। ਅੱਛਾ, ਇੰਨਾ ਸਮਾਰਟ ਹੈ ਬੰਦਾ। ਮੁੜ ਕੇ ਪਤਾ ਲੱਗਾ ਹੋਇਆ ਕੀ ਹੈ, ਹੋਇਆ ਇਹ ਸਾਈਬਰ ਕ੍ਰਾਈਮ 'ਚ ਅੰਦਰ ਆਇਆ। ਸਾਈਬਰ ਕ੍ਰਾਈਮ ਵੀ ਕਿ ਜਿਹੜੇ ਆ ਸਾਡੇ ਵੀਜ਼ਾ ਕਾਰਡ ਹੁੰਦੇ ਨੇ, ਇਹਨਾਂ ਦੇ ਪਾਸਵਰਡ ਡੀਕੋਡ ਕਰਦਾ। ਮਤਲਬ ਤੇ ਇੰਨਾ ਬ੍ਰੇਨੀ, ਇੰਨਾ ਦਿਮਾਗੀ। ਮੁੜ ਕੇ ਮੇਰੀ ਫੈਮਿਲੀ ਨਾਲ ਵੀ ਸਾਂਝ ਬਣ ਗਈ, ਉਹ ਦੱਸਿਆ ਸਾਰਾ ਉਸ ਰੂਪ ਵਿੱਚ। ਫੈਮਿਲੀ ਬੜੀ ਬਹੁਤ ਕਮਾਲ ਦਾ ਪਰਿਵਾਰ, ਕਈ ਵਾਰ ਬੰਦਾ ਸੋਚਦਾ ਵੇ ਇਸ ਤਰੀਕੇ ਨਾਲ। ਉਹ ਕਹਿੰਦੇ ਜੀ ਭਾਈ ਸਾਹਿਬ ਇਹੀ ਤਾਂ ਡਰ ਲੱਗਦਾ, ਇੰਨਾ ਸਮਾਰਟ, ਇਹ ਤੋਂ ਡਰਦੇ ਸੀਗੇ ਵੀ ਇਹ ਜਿੰਨਾ ਤੇਜ਼ ਆ ਵੀ ਪੁੱਛੋ ਕੁਛ ਨਾ। ਕਹਿੰਦੇ ਵੀ ਉਹਨਾਂ ਦੱਸਿਆ ਕਿ ਸ਼ਾਇਦ ਅਜੇ ਇਹਦੀ ਏਜ ਵੀ ਓਨੀ ਨਹੀਂ ਸੀ ਹੈਗੀ, ਤੇ ਇਸ ਨੇ ਰਾਊਟਰਸ ਦੇ ਪਿਛਲੇ ਪਾਸੇ ਜਿਹੜੇ ਕੋਡ ਦਿੱਤੇ ਹੁੰਦੇ ਨੇ, ਉਹ ਕੋਡ ਕਈ ਮਿਲੀਅਨਸ ਦੇ ਵਿੱਚੋਂ ਇੱਕ ਦਾ ਮੈਚ ਕਰਦਾ ਹੈ। ਇਹਨੇ ਟਰਾਈ ਕਰ ਕਰਕੇ ਆਲਮੋਸਟ ਸਟਰੀਟ ਦੇ 3-4 ਘਰਾਂ ਦੇ ਜਿਨ੍ਹਾਂ ਦੇ ਸਾਡੇ ਵਾਈਫਾਈ ਦੇ ਕਨੈਕਸ਼ਨ ਆਉਂਦੇ ਹੁੰਦੇ ਸੀਗੇ, ਉਹਨਾਂ ਸਾਰਿਆਂ ਦੇ ਪਾਸਵਰਡ ਬਦਲ ਦਿੱਤੇ। ਉਹ ਕਹਿੰਦੇ ਵੀ ਉਹ ਕਹਿਣ ਵੀ ਹੱਦ ਹੋ ਗਈ, ਸਾਡਾ ਵਾਈਫਾਈ ਨਹੀਂ ਚੱਲਦਾ, ਇਹ ਜਾਏ ਤੇ ਚਲਾ ਦੇ। ਅਸੀਂ ਕਹੀਏ ਇਹ ਕਿਵੇਂ ਹੋ ਗਿਆ? ਤੇ ਕਹਿੰਦੇ ਦੈਟ ਟਾਈਮ ਇਟ ਵਾਜ਼ ਸੋ ਯੰਗ, ਬੜਾ ਛੋਟਾ ਜਿਹਾ ਸੀ ਹਾਲੇ। ਇਹ ਇੰਨੀ ਐਬਿਲਿਟੀ, ਪਰ ਇਹ ਬ੍ਰੇਨ, ਇਹ ਅਕਲ ਕਿਸ ਕੰਮ ਦੀ? ਇਹ ਅਕਲ ਇਸੇ ਕਰਕੇ ਬਾਣੀ ਨੇ ਕਿਹਾ, ਅਕਲ ਉਹੀ ਜਿਹੜੀ ਤੈਨੂੰ ਜੀਵਨ ਵਿੱਚ ਸੁਖਾਲਾ ਦੇਵੇ, ਜੀਵਨ ਵਿੱਚ ਸੁੱਖ ਦੇਵੇ। ਹੁਣ ਜਿਹੜੀ ਬਾਤ ਆ ਰਹੀ ਹੈ ਕਿ ਜਦੋਂ ਆਪਾਂ ਲਿਟਰੇਚਰ ਨੂੰ, ਗੁਰਬਾਣੀ ਨੂੰ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਅਕਲ ਦਾ ਇਸਤੇਮਾਲ ਤੇ ਕਰਨਾ, ਪਰ ਉਸ ਕੌਨਟੈਕਸਟ ਨੂੰ ਲੈ ਕੇ ਨਾਲ। ਜਿਵੇਂ ਇੱਥੇ ਬਚਨ ਆ ਰਿਹਾ, ਪਵਨ ਝੁਲਾਰੇ ਮਾਇਆ ਦੇ। ਜਦੋਂ ਹਵਾ ਚੱਲਦੀ ਤੇ ਹਵਾ ਦੇ ਵਿੱਚ ਦਰਖਤ ਹਿੱਲਦੇ। ਕਹਿੰਦੇ ਨੇ ਜਦੋਂ ਹਵਾ ਚੱਲਦੀ, ਲਿਟਰੇਚਰ ਇਹ ਕਹਿੰਦਾ ਹੈ, ਦਰਖਤ ਮੌਲਦੇ, ਪੱਥਰ ਉਵੇਂ ਹੀ ਖੜੇ ਨੇ, ਉਹ ਵਿਚਾਰੇ ਮੌਲ ਹੀ ਨਹੀਂ ਸਕਦੇ, ਉਮਾਣ ਹੀ ਨਹੀਂ ਸਕਦੇ। ਮਤਲਬ ਹਵਾ ਦੇ ਝੂਲਣ ਨੂੰ ਇੱਕ ਚੰਗੇ ਕੌਨਟੈਕਸਟ ਵਿੱਚ ਬਿਆਨ ਕੀਤਾ, ਪਰ ਇੱਥੇ ਇੱਕ ਨੈਗੇਟਿਵ ਕੌਨਟੈਕਸਟ 'ਚ ਲਿਆਂਦਾ ਗਿਆ। ਇੱਥੇ ਬਿਆਨ ਕੀਤਾ ਗਿਆ ਕਿ ਪਵਨ ਝੁਲਾਰੇ ਮਾਇਆ ਦੇ, ਜਿਹੜੀ ਜਿਵੇਂ ਹਵਾ ਰੁਮਕਦੀ, ਇਸ ਤਰੀਕੇ ਨਾਲ ਮਾਇਆ ਦੇ ਝੂਟੇ ਆਉਂਦੇ। ਉਹ ਇਸ ਤਰੀਕੇ ਨਾਲ ਹਵਾ ਰੁਮਕਦੀ, ਇਸੇ ਤਰੀਕੇ ਨਾਲ ਮਾਇਆ ਜਿਹੜੀ ਹੈ ਉਹ ਹਵਾ ਦੀ ਤਰ੍ਹਾਂ ਚੱਲਦੀ। ਤੇ ਹੁੰਦਾ ਕੀ? ਪਵਨ ਝੁਲਾਰੇ ਮਾਇਆ ਦੇ, ਹਰ ਕੇ ਭਗਤ ਸਦਾ ਥਿਰਸੇ। ਪਰ ਜਿਹੜੇ ਹਰੀ ਦੇ ਭਗਤ ਨੇ, ਉਹ ਇਹਨਾਂ ਝੁਲਾਰਿਆਂ ਨੂੰ ਸਮਝ ਜਾਂਦੇ। ਉਹ ਕਹਿੰਦੇ ਨਾ, ਇਹ ਬਾਬਾ ਕਬੀਰ ਦਾ ਬਚਨ ਹੈ, ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਭੇਸ। ਮਾਇਆ ਦਾ ਕੋਈ ਇੱਕ ਰੂਪ ਹੈ, ਮਾਇਆ ਦੇ ਕਈ ਰੂਪ ਨੇ। ਹੁਣ ਕਈ ਰੂਪ ਕਿਹੜੇ ਨੇ? ਜਿਵੇਂ ਆਪਾਂ ਜੇ ਹੁਣੇ ਬਾਤ ਕੀਤੀ, ਕਿਤੇ ਮਾਇਆ ਅਕਲ ਦੇ ਰੂਪ ਵਿੱਚ ਆ ਰਹੀ ਹੈ, ਕਿਤੇ ਮਾਇਆ ਸ਼ਕਲ ਦੇ ਰੂਪ ਵਿੱਚ ਆ ਰਹੀ ਹੈ, ਕਿਤੇ ਮਾਇਆ ਕਿਸੇ ਪ੍ਰਾਪਤੀ ਦੇ ਰੂਪ ਵਿੱਚ ਆ ਰਹੀ ਹੈ। ਇੱਕ ਹੋਰ ਸਰਲ ਐਗਜ਼ਾਮਪਲ ਕਰਾਂ। ਮੇਰੇ ਕੋਲ ਹੀ ਇੱਥੇ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਇੱਕ ਬੱਚੀ ਆਈ, ਯੰਗ ਲੇਡੀ ਸੀਗੀ, ਤੇ ਮੈਨੂੰ ਸਾਈਕੈਟਰਿਸਟ ਵੱਲੋਂ ਰੈਫਰ ਕੀਤੀ ਗਈ। ਜਦੋਂ ਆਈ ਉਹ, ਤੇ ਉਹਨੇ ਹੱਥ ਦੇ ਵਿੱਚ ਪਰਸ ਫੜਿਆ, ਇੱਕ ਹੱਥ 'ਚ ਫਾਈਲ ਫੜੀ, ਆਪਣਾ ਮੈਡੀਕਲ ਰਿਕਾਰਡ ਫੜਿਆ ਸਾਰਾ। ਤੇ ਵੈਸੇ ਤਾਂ ਬੜੇ ਨੋਨ ਜਜਮੈਂਟਲ ਵੇ ਨਾਲ ਅਸੀਂ ਪੇਸ਼ ਆਉਂਦੇ ਹਾਂ ਸਾਰਿਆਂ ਨੂੰ ਐਜ਼ ਏ ਕਾਉਂਸਲਰ, ਤੇ ਪਰ ਹਿਊਮਨ ਮਾਈਂਡ ਆ, ਇਹਦੇ 'ਚ ਜੱਜ ਕਰਨ ਦੀ ਫਿਤਰਤ ਵੀ ਹੈਗੀ ਹੈ। ਮੇਰੇ ਇੱਕਦਮ ਜ਼ਿਹਨ 'ਚ ਆਇਆ, ਮੈਂ ਕਿਹਾ ਇੱਕ ਹੋਰ ਡੋਮੈਸਟਿਕ ਇਨਵਾਇਰਮੈਂਟ ਦੀ ਸਤਾਈ ਹੋਈ ਅਬਲਾ ਆ ਗਈ ਹੈ। ਸ਼ੀ ਇਜ਼ ਗੋਨਾ tell me her story, and story will be the same ਕਿ ਘਰ ਵਿੱਚ ਲੜਾਈ ਹੈ, ਸੱਸ ਦੇ ਨਾਲ, ਬੰਦਾ ਕੁੱਟਦਾ ਆ, ਮਤਲਬ ਆਮ ਕਰਕੇ ਗੱਲ ਹੋਏਗੀ। ਬਟ ਜਦੋਂ ਨੇ ਫਾਈਲ ਰੱਖੀ, ਜਦੋਂ ਮੈਂ ਗੱਲਬਾਤ ਕੀਤੀ, the story was totally different. ਸਟੋਰੀ ਇਹ ਬਣੀ ਕਿ ਉਹ ਪ੍ਰੈਗਨੈਂਸੀ ਦੇ ਦੌਰ 'ਚੋਂ ਲੰਘ ਰਹੀ ਹੈ, ਜੇ ਬਹੁਤ ਸ਼ੁਰੂਆਤੀ ਉਹਦੇ ਕੁਝ ਵੀਕ ਨੇ, ਤੇ ਇਸ ਨੂੰ ਅਲਕੋਹਲ ਐਡਿਕਸ਼ਨ ਹੈ। ਤੇ ਅਲਕੋਹਲ ਸਿੰਡਰਮ ਦੇ ਡਰ ਕਰਕੇ, ਕਿਉਂਕਿ ਇਹਦੀ ਕੋਈ ਮੈਡੀਸਨ ਨਹੀਂ ਲੈ ਸਕਦੀ, ਕੋਈ ਕੁਛ ਨਹੀਂ, ਇਹਨੂੰ ਹੈਵ ਟੂ ਗੋ ਥਰੂ ਦ ਕਾਉਂਸਲਿੰਗ ਔਰ ਸਮ ਸੋਰਟ ਆਫ ਯੂ ਕੈਨ ਸੇ ਜਿਹੜਾ ਹੈਗਾ ਆਪਣੇ ਮਨ ਨੂੰ ਤਗੜਾ ਕਰਨਾ ਪਏਗਾ, ਨਥਿੰਗ ਐਲਸ, ਉਸ ਸ਼ਰਾਬ ਦੇ ਨਸ਼ੇ ਤੋਂ ਬਚਣ ਵਾਸਤੇ। ਖੈਰ ਜਦੋਂ ਗੱਲਬਾਤ ਹੋਈ, ਤੇ ਹੁਣ ਗੱਲਬਾਤ ਬੜੀ ਡਿਟੇਲ 'ਚ ਹੋਣੀ ਸੀਗੀ, ਇੱਥੋਂ ਤੱਕ ਕਿਵੇਂ ਪਹੁੰਚ ਗਈ? ਉਹਦੀ ਮੈਂ ਫਾਈਲ ਦੇਖ ਰਿਹਾ, ਗੱਲਾਂ ਬਾਤਾਂ ਕਰ ਰਿਹਾ,
तो पता ये लगा कि शी इज़ ब्रिलियंट, बड़ी ब्रेनी कुड़ी है ते मतलब ਇਹਦੀ जॉब ही बड़ी तगड़ी है, सब चीज़ां। फिर इस लैवल ते होर पिछे डिटेल जाने की बात की। बात कितों पता लगी कि बड़ी ब्राइट सी, गिफ्टेड कह लो एक तरह के नाल, ते जिन्ने सिबलिंग सीगे तो छोटे सीगे, उन्हें च वड्डी सीगी, ते ये बड़ी ब्राइट सीगी। ये करके पेरेंट्स नूं बड़ा इत्ते प्राइड उस रूप दे विच। छोटे सिबलिंग वो जैलस करन लग गए, डेफिनेटली उन्होंने अटेंशन नहीं मिल रही। घर दे कुछ मसला होया, किसी ने एडवाइस किया कि तुसी ये कुड़ी नूं छज्ज च पा के हर वक्त छड्डी जांदे हो, भी ठीक है स्मार्ट है सब है, पर दूजे बच्चों वाल ध्यान दो, हर बच्चे की अपनी ग्लोरी होंदी है। जदों ये बात हुई थी इन्हूं बड़ा माइंड होया, हद हो गई है, किवें हो सकदा है, बस मी एंड माई सैल्फ नथिंग एल्स, मेरी गल होए मैं ही हाँ सब कुछ। हुण मसला ये खड़ा हो गया कि ग्रेड 8-9 तक ये माइंड सैट हो गया कि ये फैमिली जिहड़ी ने मैनूं डिजर्व नहीं करती। आई एम अवे जीनियस एंड अवे स्मार्ट कंपेयर टू दिस फैमिली। सो चलो जी, ग्रेड 12 किया, स्कॉलरशिप मिल गई, सारा कुछ मिल गया, तो क्या मैं तो नेड़े तेड़े यूनीवर्सिटी नहीं लैनी, आई विल गो अवे फ्रॉम दैट फैमिली। उत्थे जाके एक्सट्रा करिकुलम एक्टिविटीज़ कीतियां, यूनीवर्सिटीज़ विच कुछ टीचर नूं भी बड़ी उन्हां दी फेवरेट स्टूडेंट बन गई, उत्थे कोई छोटी मोटी जॉब मिल गई। फैमिली नूं माड़ा बोलना, भैड़ा बोलना, उन्होंने गल नहीं करनी, सारा कुछ। खैर फैमिली ने भी हौली हौली कहा भी जे चीज़ है तो रहने दे, फिर साढ़े कोल बच्चे हैगे होर सी, वो पालांगे, असीं हुण तैनूं की करांगे। इस रूप में मसला होर बिटरनेस क्रिएट हो गई। इस तो अगला मसला ये बनया कि इहो जिहा जिहदा एडा उच्चा नक होएगा, फ्रेंड भी किन्नी देर टॉलरेट करनगे जी। हौली हौली फ्रेंड सर्कल भी टुटना शुरू हो गया। फिर होया अगले पड़ाव दे विच कि जिथे किते सांझ सीगी एज ए बॉयफ्रेंड कह लो, एज ए लाइफ पार्टनर जिन्होंने चूज करने की गल हो रही सी, ਉਹਦੇ ਨਾਲ भी झगड़ा मुफाद हो गया कुछ। हुण बिल्कुल आइसोलेशन आ गई, ਉਹਦੇ ਚ जाया किधर जाए, उदों फिर राह जिहड़ा आ शराब खाने का मिल गया। इतों शराब इंट्रोड्यूस हुई। ਜਿਹਦੇ ਕੋਲ ਜਿਹੜੀ चीज़ की एडवांटेज सी, ਜਿਹੜੀ चीज़ खूबी सी, ਉਹੀ असल ਦੇ ਵਿੱਚ ਉਹਦੇ वास्ते नरक बन गई। मुड़ के हुण हालत यह है कि एक पासे प्रैगनेंसी के नाल डील कर रही है, दूजे पासे विड्रॉल्स विड्रॉल सिम्पटम इतने ज़्यादा औखे लग रहे हैं, कठिनाई बहुत है। मैनू तो भावें कहती 2 चम्मच मिल जाए पर मैनू चाहिए, विदाउट दैट आई कैन नॉट एक्चुअली। मैनू तो लगता है कि मैनू तो नींद ही नहीं आनी। सो वो सारे हालातों को देखते हाँ पता लगता कि बंदे दे अंदर कोई भी चीज़, कोई भी बिहेवियरल इशू जिहड़ा आ, ਉਹਦੇ जीवन की जिहड़ी असल खुशी है, असल जिहड़ी जीवन का रहन सहन आ, ਉਹਦੇ ਚ खलल पैदा कर सकता। गुरु बाबा जी ने इत्थे बयान किया, महाराज कहते इस चीज़ तो बचा, ये पाउण दे झुलारे ही ने। किते बंदे का दिमागी होना भी जिहड़ा हैगा माया के रूप में कन्वर्ट हो जाता जे सोझी नहीं कीती। जे सोझी हुंदी, इहो ਜਿਹੇ लोग भी है। मैं एक मिसाल दूजे लैवल दी नैगेटिव साइड तो, पॉजिटिव साइड तो देखा तो साढ़े मित्र ने बड़े प्यारे इत्थे प्रेरीज दे विच रहिंदे, ते लोकां कोलों एक डॉक्टरीन नहीं होती, मेरे ख्याल 3 करके बैठा है बड़ी छोटी उम्र दे विच, बहुत मतलब सक्सैसफुल बिजनेसमैन भी है, सारा कुछ आ। तो जदों किते गल होनी, कोई गल होनी, तो वो इक्को ही गल कहिंदे, कोई ना बाबा कर देगा, है ना, बाबा विल डू, वो एवें कह दिंदे। तो वह गोरा प्रोफैसर है, तो वह मित्र भी है, तो वह कहिंदा हू इज़ दैट बाबा, कहिंदा दैट बाबा who is running the whole show, ਕਹਿੰਦਾ ਯੂ ਨੋ ਇਹ ਜਿਹੜੀ ਚੀਜ਼ ਆ ਮੈਨੂੰ ਇਹ ਬੜੀ ਬਾਦਰ ਕਰਦੀ ਜਿਹੜੀ ਤੂੰ ਵਾਰ-ਵਾਰ ਐਵੇਂ ਕਹਿੰਦਾ। ਸੱਚ ਇਹ ਹੈ ਕਿ ਰੈਸ਼ਨਲ ਸਾਈਡ ਤੋਂ ਸੋਚਿਆ ਜਾਏ, ਤੇਰਾ ਦਿਮਾਗ ਹੈ ਸਭ ਕੁਝ ਕਰਦਾ ਹੈ, ਤੇਰਾ ਬ੍ਰੇਨ ਦੀ ਐਬਿਲਿਟੀ ਹੈ ਉਹ ਸਾਰੇ ਰੂਪ ਵਿੱਚ ਤੂੰ ਹੈ ਅਸਲ ਵਿੱਚ ਜੀਨੀਅਸ ਬੰਦਾ ਤਾਂ ਕਰ ਪਾ ਰਿਹਾ। ਉਸ ਨੂੰ ਉਸੇ ਟੋਨ 'ਚ ਵਾਪਸ ਜਵਾਬ ਦਿੰਦਾ। ਉਹ ਕਹਿੰਦਾ ਵੀ ਡਾਕਟਰ ਨੂੰ, ਉਹਨੂੰ ਆਪਣੇ ਪ੍ਰੋਫੈਸਰ ਨੂੰ ਕਹਿੰਦਾ ਵੀ Doc, whatever you're saying, it's really true in your case. In my case, no, it's not true. ਪਾਪਾ ਤੇ ਹੈ ਹੀ ਕੁਛ ਨਹੀਂ। ਕਹਿੰਦਾ ਮੈਂ ਤੇ ਇੱਕ ਕੱਚੇ ਮਕਾਨ 'ਚ ਪੈਦਾ ਹੋਇਆ ਸੀ, ਮੇਰੇ ਬਾਪ ਨੇ ਮਜ਼ਦੂਰੀ ਕਰਕੇ ਮੈਨੂੰ ਜਿਹੜਾ ਹੈਗਾ ਪੜ੍ਹਾਇਆ ਪਾਲਿਆ। ਮੇਰੀ ਤੇ ਜਿੱਥੇ ਸਕੂਲਿੰਗ ਹੋਈ ਉਸ ਸਕੂਲ ਦੇ ਵਿੱਚੋਂ ਬੱਚਾ ਹੀ ਕੋਈ ਪਾਸ ਨਹੀਂ ਸੀ ਹੋਇਆ। ਸੋ ਇਹ ਸਾਰੇ ਕਰਕੇ ਮੈਂ ਤੇ ਸੋਚਦਾ ਹਾਂ ਕਿ ਕੋਈ ਹੋਰ ਹੈ ਜਿਹੜਾ ਇਹ ਸਾਰਾ ਕੁਝ ਕਰ ਰਿਹਾ। ਆਮ ਨਥਿੰਗ।
ਹੁਣ ਆਹ ਜਿਹੜੀ ਚੀਜ਼ ਆ ਐਕਚੁਅਲ ਲੈਵਲ ਤੇ ਸਾਰਾ ਕੁਝ ਉਹਦੇ ਆਲੇ ਦੁਆਲੇ ਹੈ, ਪਰ ਉਸ ਹਵਾ ਦੇ ਬੁੱਲਿਆਂ 'ਚ ਆਪਣੇ ਮਨ ਨੂੰ ਡੋਲਣ ਨਹੀਂ ਦਿੰਦਾ, ਉਹ ਦਿਮਾਗ ਨਹੀਂ ਖਰਾਬ ਹੋਣ ਦਿੰਦਾ। ਉਹ ਹਮੇਸ਼ਾ ਇਹ ਕਹਿੰਦਾ ਕਰਨ ਕਰਾਉਣ ਵਾਲਾ ਆਪੇ ਆਪ ਹੈ, ਉਹ ਮੈਂ ਕੌਣ ਆ ਜੀ। ਮਹਾਰਾਜ ਦੀ ਬਾਣੀ ਕਹਿੰਦੀ ਪਵਨ ਝੁਲਾਰੇ ਮਾਇਆ ਦੇ, ਇਹ ਮਾਇਆ ਝੁਲਾਰੇ ਦਿੰਦੀ, ਬੁੱਲੇ ਆਉਂਦੇ ਉਹਦੇ। ਹਰ ਕੇ ਭਗਤ ਸਦਾ ਥਿਰਸੇ, ਹਰੀ ਦੇ ਭਗਤ ਸਦੀਵ ਕਾਲੀ ਸਥਿਰ ਰਹਿੰਦੇ। ਕਿਆ ਹਰਖ ਸੋਗ ਤੇ ਰਹੇ ਨਿਰਾਰਾ, ਇਹੀ ਹਰਖ ਸੋਗ ਹੈ। ਇਹਦੇ ਤੋਂ ਥੋੜੇ ਉੱਪਰ ਉੱਠਦੇ, ਫਿਰ ਕਿਆ ਸਿਰ ਉੱਪਰ ਆਪ ਗੁਰੂ ਰਖਵਾਰਾ। ਉਹਨਾਂ ਨੂੰ ਲੱਗਦਾ ਮੇਰਾ ਗੁਰੂ ਅੰਗ ਸੰਗ ਹੈ, ਉਹ ਰਾਖਾ ਆ ਮੇਰਾ, ਜਿਹਨੂੰ ਅਸੀਂ ਕਈ ਰੂਪਾਂ 'ਚ ਪੜ੍ਹਦੇ। ਮਹਾਰਾਜ ਬਿਆਨ ਕਰਦੇ ਨਾ ਕਿ ਜਿਨ੍ਹਾਂ ਨੂੰ ਮਾਲਕ ਨੇ ਤੌਫੀਕੀਅਤ ਦੇ ਦਿੱਤੀ, ਉਹਨਾਂ ਨੂੰ ਮਰਨਾ ਚੀਤ ਨਾ ਆਵੇ। ਉਹਨਾਂ ਦੇ ਚਿੱਤ 'ਚ ਵੀ ਨਹੀਂ ਇਹ ਚੀਜ਼ ਨਹੀਂ ਆਉਂਦੀ ਕਿ ਅਸੀਂ ਆਤਮਿਕ ਤੌਰ 'ਤੇ ਮਰ ਜਾਵਾਂਗੇ। ਕਿਉਂ? ਕਿਉਂਕਿ ਬੋਲ ਨਾ ਜਾਣੇ ਮਾਇਆ ਮਦ ਮਾਤਾ। ਉਹ ਬਾਕੀ ਸਭ ਕੁਝ ਬੋਲਦੇ, ਬਾਕੀ ਸਾਰਾ ਕੁਝ ਉਹਨਾਂ ਨੂੰ ਬੋਲਣਾ ਹੁੰਦਾ, ਪਰ ਇੱਕੋ ਬੋਲਣਾ ਹੁੰਦਾ ਮਾਇਆ ਮਦ ਮਾਤਾ। ਮਾਇਆ ਦੀ ਮਦ ਵਿੱਚ, ਮਸਤੀ 'ਚ, ਹੰਕਾਰ ਵਿੱਚ ਉਹ ਬਿਲਕੁਲ ਨਾ ਬੋਲਦੇ, ਉਸ ਤੋਂ ਬਾਹਰ ਰਹਿੰਦੇ। ਸਭ ਰਹਿਮਤ ਕਰਨ ਨਾਲ ਵੀ ਵਾਕਾਂ 'ਚੋਂ ਸਾਨੂੰ ਪ੍ਰੇਰਣਾ ਮਿਲੇ, ਅਸੀਂ ਗੁਰਮਤੀਏ ਰਹੀਏ, ਗੁਰਮਤੀਏ ਬਣੀਏ। ਇਹੀ ਦਿਲੀ ਅਰਦਾਸ ਹੈ। ਨਾਲ ਹੀ ਅਰਦਾਸ ਕਿ ਜੋ ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਹੋਏ। ਇੱਥੇ ਹੀ ਆਵਾਜ਼ ਦੇਣੀ, ਢਾਡੀ ਵੀਰ ਆ ਕੇ ਅਗਲਾ ਪ੍ਰੋਗਰਾਮ ਉਹ ਕਰਨਗੇ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।